ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਉਹ ਪਾਠ ਕਰਨ ਦੀ ਕੀ ਲੋੜ ਹੈ, ਉਹ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਤਾਂ ਇਹ ਵੀ ਕੰਮ ਮੇਰੇ ਤਨ ਕੋਲੋਂ ਮੇਰਾ ਮਨ ਹੀ ਕਰਾ ਰਿਹਾ। ਮੈਂ ਸੁੱਤਾ ਰਹਾਂਗਾ, ਮੈਂ ਅਖਬਾਰ ਪੜ੍ਹਦਾ ਰਹਾਂਗਾ, ਮੈਂ ਟੀਵੀ ਦੇਖਦਾ ਰਹਾਂਗਾ, ਪਰ ਮੈਂ ਗੁਰਦੁਆਰੇ ਨਹੀਂ ਜਾਵਾਂਗਾ, ਮੈਂ ਇਸ਼ਨਾਨ ਨਹੀਂ ਕਰਾਂਗਾ, ਮੈਂ ਪਾਠ ਨਹੀਂ ਕਰਾਂਗਾ, ਮੈਂ ਬਜ਼ੁਰਗਾਂ ਦਾ ਕਹਿਣਾ ਨਹੀਂ ਮੰਨਾਂਗਾ। ਮੇਰਾ ਸਾਰਾ ਤਨ ਮੁਥਾਜ ਹੈ ਮੇਰੇ ਮਨ ਦਾ। ਲੇਕਿਨ ਇਸ ਮਨ ਨੂੰ ਜਦੋਂ ਸਤਿਗੁਰ ਦੀ ਮੱਤ ਦਿੱਤੀ, ਹੁਣ ਮੇਰੇ ਮਨ ਕੋਲੋਂ ਨਿਰਮਲ ਕਰਮ ਹੁੰਦੇ ਨੇ, श्रेष्ठ कर्म होते हैं। सर्व धर्म में श्रेष्ठ धर्म, हर को नाम जप निर्मल कर्म। सो नियम ਅਤੇ ਨਿਯਮ ਦਾ ਕਾਰਨ, ਉਹਦੇ ਨਾਲ ਜਿਹੜੇ ਰਿਜ਼ਲਟਸ ਨਿਕਲਦੇ ਨੇ, ਉਹਨਾਂ ਦਾ ਕਰਨ ਕਾਰਨ ਪ੍ਰਭ ਇੱਕ ਹੈ। ਉਹ ਪ੍ਰਭ ਹੈ ਮੇਰਾ ਮਨ, ਜਿਹੜਾ ਰੱਬ ਜੀ ਨਾਲ ਇਕਮਿਕ ਹੋ ਗਿਆ ਹੈ। ਜਿਹੜਾ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਜੋ ਸਤਿਗੁਰ ਨਾਲ ਇਕਮਿਕ ਹੋ ਗਿਆ ਉਸ ਨੂੰ ਹਰ ਜਨ ਕਹਿੰਦੇ ਨੇ। ਸੋ ਅਸੀਂ ਹੰਸ ਬਿਰਤੀ ਬਣ ਕੇ ਜਦੋਂ ਸਾਡੇ ਮਨ ਦੀ ਅਵਸਥਾ ਬਣਦੀ ਹੈ, ਉਸ ਨੂੰ ਬਾਣੀ ਦੇ ਅੰਦਰ, ਮਨ ਦੀ ਉਸ ਅਵਸਥਾ ਨੂੰ ਬਾਣੀ ਦੇ ਅੰਦਰ ਪ੍ਰਭ ਕਹਿੰਦੇ ਨੇ, ਹਰ ਪ੍ਰਭ ਕਹਿੰਦੇ ਨੇ, ਹਰ ਜਨ ਕਹਿੰਦੇ ਨੇ, ਪਾਰ ਬ੍ਰਹਮ ਕਹਿੰਦੇ ਨੇ। ਅਸੀਂ ਇਹ ਬਣਨਾ ਹੈ। ਗੁਰੂ ਸਾਹਿਬ ਬਹੁਤ ਉੱਚੀ ਅਵਸਥਾ ਦੀ ਗੱਲ ਕਰ ਰਹੇ ਨੇ, ਔਰ ਉਹ ਉੱਚੀ ਅਵਸਥਾ 'ਚ ਸਾਨੂੰ ਲਿਜਾਣਾ ਚਾਹੁੰਦੇ ਨੇ। ਸਾਨੂੰ ਇਸ ਤਲ ਤੱਕ ਨਹੀਂ ਰਹਿਣ ਦੇਣਾ ਚਾਹੁੰਦੇ ਨੇ ਕਿ ਤੂੰ ਆ ਮੱਥਾ ਟੇਕ ਤੇ ਘੁੰਮ ਕੇ ਚਲਾ ਜਾ। ਸਾਡੇ ਸਕੂਲ ਵਿੱਚ ਬੱਚਾ ਜਾਵੇ ਤਾਂ ਅਸੀਂ, ਸਾਡਾ ਬੱਚਾ ਸਕੂਲ ਦੇ ਟੀਚਰ ਦੀ ਕੁਰਸੀ ਤੋਂ ਪਿੱਛੋਂ ਫਿਰ ਕੇ ਘਰ ਆ ਜਾਵੇ, ਕਿੰਨੇ ਦਿਨ ਆਉਂਦਾ ਰਹੇਗਾ? ਅਲਟੀਮੇਟਲੀ ਤੁਸੀਂ ਟੀਚਰ ਨੂੰ ਪੁੱਛੋਗੇ, ਉਹ ਤੁਸੀਂ ਸਾਡੇ ਬੱਚੇ ਨੂੰ ਕੁਝ ਪੜ੍ਹਾਉਂਦੇ ਵੀ ਹੋ ਕਿ ਸਾਡਾ ਬੱਚਾ ਤੁਹਾਡੀ ਕੁਰਸੀ ਦੇ ਪਿੱਛੋਂ ਘੁੰਮ ਕੇ ਆ ਜਾਂਦਾ ਹੈ? ਅਲਟੀਮੇਟਲੀ ਵੀ ਵਾਂਟ ਕਿ ਬੱਚਾ ਸ਼ੁੱਡ ਸਟੱਡੀ, ਬੱਚਾ ਸ਼ੁੱਡ ਐਡਵਾਂਸ। ਲੇਕਿਨ ਅਸੀਂ ਗੁਰੂ ਘਰ ਹੀ ਜਾ ਕੇ ਸਿਰਫ ਘੁੰਮ ਕੇ ਚਲੇ ਜਾਂਦੇ ਹਾਂ। ਇੱਥੇ ਤੱਕ ਗੁਰੂ ਸਾਨੂੰ ਰਹਿਣ ਨਹੀਂ ਦੇਣਾ ਚਾਹੁੰਦਾ। ਗੁਰੂ ਪਾਤਸ਼ਾਹ ਸਾਨੂੰ ਇੱਥੇ ਤੱਕ ਨਹੀਂ ਰਹਿਣ ਦੇਣਾ ਚਾਹੁੰਦੇ ਕਿ ਤੂੰ ਸਿਰਫ ਫੁੱਲ ਚੜਾ ਕੇ, ਪਰਫਿਊਮ ਛਿੜਕ ਕੇ, ਰੁਮਾਲਾ ਲਗਾ ਕੇ, ਚੰਦੂਆ ਲਗਾ ਕੇ ਮੱਥਾ ਟੇਕ ਕੇ ਚਲਾ ਜਾ। ਗੁਰੂ ਸਾਹਿਬ ਸਾਨੂੰ ਉੱਚੀ ਅਵਸਥਾ ਤੱਕ ਲੈ ਜਾਣਾ ਚਾਹੁੰਦੇ ਨੇ। ਸਾਧ ਸੰਗਤ ਜੀ, ਪੂਰੀ ਦੁਨੀਆ ਵਿੱਚ ਕਦੇ ਇੰਜ ਨਹੀਂ ਹੋਇਆ ਕਿ ਕਿਸੇ ਗੁਰੂ ਨੇ ਆਪਣੇ ਚੇਲੇ ਨੂੰ ਥੱਲੋਂ ਚੁੱਕ ਕੇ ਆਪਣੇ ਬਰਾਬਰ ਬਿਠਾਇਆ ਹੋਵੇ। ਬਰਾਬਰ ਹੀ ਨਹੀਂ, ਆਪਣੇ ਸਿਰ ਤੇ ਬਿਠਾ ਲਿਆ ਹੋਵੇ। वाह वाह गोबिंद सिंह आपे गुरचेला। गुरु गोबिंद सिंह पातशाह ने खंडे की पौल छकाई, फिर आप भी छकी। ये साडे सामने रखा क्योंकि सानू इस नीवे तल तक रहने नहीं देना चाहते ने। सो गुरु सानू हर प्रभ, हर जन, पार ब्रह्म की अवस्था बनाना चाहता है, ताकि तू रब बन के इस शरीर की सृष्टि नू चला सके। ऐसे प्रभ तो बलिहार जाता है, मन की धरती के संतोखी जल प्राप्त होते हैं। सो मन की सारी सुरत मत बुद्ध सृष्टि इस प्रभ के अनुसार चलती है। ये मन जैसा सेवे तैसा होए। रब एंड मन, जो मन प्रभ ही है जिसके कारण ये बॉडी चलती है। इस प्रभ के मन के लॉज ऑफ नेचर जेड़े बन जाते ने, वो रब्बी मुताबक बन जाते हैं। सासमी जी, रब रहिंदा कित्थे? असीं सैमीनार कीता सी, रब रहिंदा कित्थे है, रब करदा की है? असीं बाणी चों समझिया, अगम रूप का मन में ताना। जिस रब की दुनिया गल्लां करदी है, गुरु साहब कहंदे ने, वो रब मन च रहिंदा है, अंदर रहिंदा है। जंगल जंगल क्या पावे मड़कंडा मोड़े, वसी रब हियाली है। जंगल क्या ढूंढे, बाहर की लभना है? रब तेरे अंदर वसदा है, वसी रब हियाली है। ਜਿਹੜਾ ਰੱਬ ਅੰਦਰ ਵਸਦਾ ਨਾ, ਉਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਕੌਨਸ਼ੀਅੰਸ ਵਿੱਚ ਰੱਬ ਜੀ ਰਹਿੰਦੇ ਨੇ। ਮੇਰੀ ਜ਼ਮੀਰ, ਮੇਰੀ ਵਿਲ, ਮੇਰੀ ਰੂਹ ਦੇ ਅੰਦਰ ਰੱਬ ਜੀ ਰਹਿੰਦੇ ਨੇ। ਜੇਕਰ ਮੈਂ ਰੱਬ ਜੀ ਦੀ ਆਵਾਜ਼ ਨੂੰ ਨਾ ਸੁਣਾ ਤਾਂ ਉਹਨੂੰ ਕਹਿੰਦੇ ਨੇ, ਜਦੋਂ ਤੱਕ ਤੂੰ ਆਪਣੀ ਵਿਚਾਰ ਨਹੀਂ ਨਾ ਕਰੇਗਾ ਤਾਂ ਤੱਕ ਤੂੰ ਆਪਣੇ ਰੱਬ ਦਾ ਸੁਨੇਹਾ ਨਹੀਂ ਲੈ ਸਕਦਾ। ਅੰਦਰ ਰੱਬ ਜੀ ਰਹਿੰਦੇ ਨੇ, ਅੰਦਰ ਰੱਬ ਜੀ ਦੀ ਦਰਗਾਹ ਹੈ। ਰੱਬ ਜੀ ਦੇ ਜਿਹੜੇ ਲਾਜ਼ ਆਫ ਨੇਚਰ ਨੇ, ਮਨ ਉਹਨਾਂ ਨੂੰ ਅਡਾਪਟ ਕਰ ਲੈਂਦਾ ਤੇ ਰੱਬ ਰਜ਼ਾ ਅਨੁਸਾਰ ਇਸ ਬਾਡੀ ਨੂੰ ਚਲਾਉਣਾ ਸ਼ੁਰੂ ਕਰ ਦਿੰਦਾ। सो उन्होंने कहते हैं, नानक तिस बलिहारना जल थल मैयल सोए। ये सारी सृष्टि, सारे शरीर की सृष्टि, सुरत मत बुद्ध, रोम रोम, एक एक अंग उत्ते मन का राज चलता है। और मन की मत, जम की मत के बदले रब्बी नियमानुसार इसको चलाना शुरू कर देंगे ने। रब्बी नियमानू अंदर का शास्त्र कहते हैं। शास्त्र का मतलब होता है वो वाली फिलॉसफी जिससे डिसिप्लिन सीखते हैं। ਅਸੀਂ ਬਾਹਰਲੇ ਡਿਸਿਪਲਿਨ ਨਹੀਂ ਸਿੱਖਦੇ ਹਾਂ, ਅਸੀਂ ਅੰਦਰ ਦੇ ਡਿਸਿਪਲਿਨ ਸਿੱਖ ਜਾਂਦੇ ਹਾਂ ਕਿ ਮੈਨੂੰ ਕਾਮ, ਕ੍ਰੋਧ, ਲੋਭ, ਅਹੰਕਾਰ ਇਹਨਾਂ ਨਾਲ ਕਿਵੇਂ ਡੀਲ ਕਰਨਾ ਹੈ।
ਇਹ ਅੰਦਰ ਦਾ ਡਿਸਿਪਲਿਨ ਸਮਝ ਆ ਜਾਂਦਾ ਹੈ। ਅੰਦਰ ਦਾ ਡਿਸਿਪਲਿਨ ਸਮਝ ਆ ਜਾਏ, ਬੰਦਾ ਅੰਮ੍ਰਿਤ ਵੇਲੇ ਵੀ ਉੱਠੇਗਾ, ਬੰਦਾ ਪਾਠ ਵੀ ਕਰੇਗਾ, ਬੰਦਾ ਸੈਰ ਵੀ ਕਰੇਗਾ, ਬੰਦਾ ਆਪਣੀ ਬੋਡੀ ਦਾ ਧਿਆਨ ਵੀ ਰੱਖੇਗਾ, ਬੰਦਾ ਸ਼ਰਾਬ ਵੀ ਨਹੀਂ ਪੀਏਗਾ, ਬੰਦਾ ਮਾੜੇ ਕਰਮ ਵੀ ਨਹੀਂ ਕਰੇਗਾ, ਕਿਉਂਕਿ ਉਹ ਡਿਸਿਪਲਿਨਡ ਹੋ ਗਿਆ। ਉਹਨੂੰ ਕਿਸੇ ਨੇ ਨਹੀਂ ਕੀਤਾ, ਅੰਦਰੋਂ ਪ੍ਰਭ ਰੱਬ ਦੀ ਆਵਾਜ਼ ਨੂੰ ਉਸਨੇ ਸੁਣਿਆ। ਤੁਰਕੀ ਬਾਣੀ ਸੁਣੀ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਉਹਨੇ ਅਚਿੰਤ ਵਾਲੀ ਆਵਾਜ਼ ਸੁਣ ਲਈ ਹੈ। ਜਦੋਂ ਸਾਧ ਜੀ ਸਾਡਾ ਇਹ ਸਰੀਰ ਅਨਐਲੀਵੇਟਿਡ ਮਨ ਦੇ ਨਾਲ ਹੋਵੇ ਤਾਂ ਹੈਲਪਲੈਸ ਹੁੰਦਾ ਹੈ, ਉਸ ਅਵਸਥਾ ਨੂੰ ਮਾਨੁਕ ਕਹਿੰਦੇ ਨੇ। ਤਾਂ ਉਸ ਅਵਸਥਾ ਨੂੰ ਐਵੇਂ ਕਹੋ ਮਾਨੁਕ ਤੇ ਕੀ ਹੋਇਆ ਹੈ? ਜੇ ਮਨ ਨੇ ਸਤਿਗੁਰ ਦੀ ਮੱਤ ਨਹੀਂ ਲਈ ਹੈ ਤਾਂ ਮਾਨੁਕ ਮੀਨਸ ਇਸ ਬੋਡੀ ਕੋਲੋਂ, ਬੋਡੀ ਦੇ ਵਸ ਕੁਝ ਨਹੀਂ ਹੈ ਕਿ ਚੰਗੇ ਕੰਮ ਕਰ ਸਕੇ, ਬੋਡੀ ਦੇ ਵਸ ਕੁਝ ਨਹੀਂ ਹੈ ਕਿ ਰੱਬੀ ਕਮਿਕਤਾ ਦਾ ਸੁਖ ਚੈਨ ਆਨੰਦ ਮਾਣ ਸਕੇ। ਮਨ ਕੀ ਮੱਤ ਨਾਲ ਨੈਗੇਟਿਵ ਖਿਆਲ ਆਉਂਦੇ ਨੇ ਔਰ ਤਨ ਖੁਆਰ ਹੁੰਦਾ ਹੈ। ਸੋ ਜੇ ਰੱਬੀ ਕਮਿਕਤਾ ਸੁਖ ਚੈਨ ਖੇੜਾ ਚਾਹੀਦਾ ਹੈ ਤਾਂ ਪ੍ਰਭ ਮੀਨਸ ਵਿਜ਼ਡਮ ਨੂੰ ਫੋਲੋ ਕਰਨਾ ਪਵੇਗਾ। ਉਹਨੂੰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਅਸ਼ਟਪਦੀ ਵਿਚਾਰਨ ਤੋਂ ਪਹਿਲਾਂ, ਅਸ਼ਟਪਦੀ ਬੜੇ ਸਿੰਪਲੀ ਸਾਰੀ ਰਿਡਲ ਖੁੱਲ ਜਾਏਗੀ। ਅਸ਼ਟਪਦੀ ਵਿਚਾਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝ ਕੀਤੀ, ਪ੍ਰਭ ਕਿਹਨੂੰ ਕਹਿੰਦੇ ਨੇ, ਹਰਜਨ ਕਿਹਨੂੰ ਕਹਿੰਦੇ ਨੇ, ਪਾਰ ਬ੍ਰਹਮ ਕਿਹਨੂੰ ਕਹਿੰਦੇ ਨੇ, ਜਲ ਥਲ ਮੇਲ ਕਿਹਨੂੰ ਕਹਿੰਦੇ ਨੇ। ਇਹ ਮੈਂ ਬਾਣੀ ਚੋਂ ਜੋ ਮੈਨੂੰ ਸਮਝ ਆਇਆ, ਮੇਰੀ ਇੰਟਰਪ੍ਰੀਟੇਸ਼ਨ ਨੇ, ਆਈ ਐਮ ਨਾਟ ਇੰਪੋਜ਼ਿੰਗ। ਕਈ ਸੱਜਣਾਂ ਨੂੰ ਸਾਡੀ ਗੱਲ ਸਮਝ ਨਹੀਂ ਆਉਂਦੀ ਹੈ, ਉਹ ਕ੍ਰਿਟਿਕਸ ਕਰਦੇ ਨੇ। ਕ੍ਰਿਟਿਕਸ ਕਰਨ ਦਾ ਹਰ ਕਿਸੇ ਨੂੰ ਹੱਕ ਹੈ, ਲੇਕਿਨ ਸਾਨੂੰ ਜੋ ਸਮਝ ਆਇਆ ਅਸੀਂ ਉਹ ਸਾਂਝ ਤੇ ਕਰਨਾ ਹੈ। ਅਸੀਂ ਕਿਸੇ ਨੂੰ ਨਹੀਂ ਕਹਿ ਰਹੇ ਕਿ ਮੈਂ ਹੀ ਸਿਰਫ ਸੱਚ ਬੋਲ ਰਿਹਾ ਬਾਕੀ ਸਾਰੇ ਗਲਤ ਨੇ। ਜਿਸ ਨੂੰ ਨਹੀਂ ਸਮਝ ਆਉਂਦੀ, ਜਿਹੜਾ ਨਹੀਂ ਮੰਨਣਾ ਚਾਹੁੰਦਾ ਨਾ ਸਹੀ। ਅਸੀਂ ਨਹੀਂ ਕਹਿੰਦੇ ਕਿ ਮੈਨੂੰ ਅਲਟੀਮੇਟ ਖਰਾ ਸੱਚ ਸਮਝ ਆ ਗਿਆ, ਬਸ ਮੈਂ ਹੀ ਖਰਾ ਸੱਚ ਬੋਲ ਰਿਹਾ ਬਾਕੀ ਸਭ ਗਲਤ ਨੇ। ਲੇਕਿਨ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਕਿਸੇ ਦੀ ਗੱਲ ਨੂੰ ਸੁਣੇ ਬਗੈਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਦੇ ਲੌਜਿਕਸ ਨੂੰ ਸੁਣਨਾ ਚਾਹੀਦਾ ਹੈ। ਉਹਨੂੰ ਕਹਿੰਦੇ ਨੇ ਸਪੀਕਿੰਗ ਇਨ ਵਰਨੈਕੂਲਰ। ਗੁਰਬਾਣੀ ਦੀਆਂ ਗੱਲਾਂ ਕਿਸ ਤਰ੍ਹਾਂ ਨੇ? ਫੋਰ ਐਗਜ਼ਾਮਪਲ, ਗੁਰਬਾਣੀ ਮ੍ਰਿਤਕ ਕਿਹਨੂੰ ਕਹਿੰਦੀ ਹੈ? ਤੁਸੀਂ, ਮੈਂ, ਸਾਰੀ ਦੁਨੀਆ ਅਤੇ ਡਾਕਟਰ ਕਿਹਨੂੰ ਮ੍ਰਿਤਕ ਕਹਿੰਦਾ ਹੈ? ਜਿਹਦੇ ਸਵਾਸ ਨਹੀਂ ਚੱਲਦੇ ਨੇ ਉਹ ਸਾਰੇ ਉਹਨੂੰ ਮ੍ਰਿਤਕ ਕਹਿੰਦੇ ਨੇ, ਉਹ ਡੈਡ ਡਿਕਲੇਅਰ ਕਰਦੇ ਨੇ। ਡੈਡ ਬੋਡੀ ਨੂੰ ਹੀ ਤੁਸੀਂ ਜਾਂ ਤੇ ਗ੍ਰੇਵਯਾਰਡ ਲੈ ਜਾਂਦੇ ਹੋ ਜਾਂ ਉਹਦਾ ਸੰਸਕਾਰ ਕਰਦੇ ਹੋ। ਗੁਰੂ ਪਾਤਸ਼ਾਹ ਜੀ ਤੁਸੀਂ ਮ੍ਰਿਤਕ ਕਿਹਨੂੰ ਕਹਿੰਦੇ ਹੋ? ਗੁਰੂ ਪਾਤਸ਼ਾਹ ਕਹਿੰਦੇ ਨੇ ਆਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੁਰੂ ਸਾਹਿਬ ਉਹਨੂੰ ਮ੍ਰਿਤਕ ਕਹਿੰਦੇ ਨੇ। ਹੁਣ ਸਾਨੂੰ ਦੁਨਿਆਵੀ ਲੈਂਗੁਏਜ ਤੋਂ ਗੁਰੂ ਪਾਤਸ਼ਾਹ ਜੀ ਦੀ ਲੈਂਗੁਏਜ ਦੀ ਡੈਫੀਨੇਸ਼ਨ ਦੇ ਮੁਤਾਬਕ ਮ੍ਰਿਤਕ ਸਮਝਣਾ ਪਏਗਾ। ਇਹਨੂੰ ਕਹਿੰਦੇ ਨੇ ਸਪੀਕਿੰਗ ਇਨ ਵਰਨੈਕੂਲਰ, ਪੰਜਾਬੀ 'ਚ ਕਹਿੰਦੇ ਨੇ ਪ੍ਰੌਢਾਵਾਦ। ਜੋ ਲੋਕਾਂ ਨੂੰ ਅੱਖਰ ਸਮਝ ਆਉਂਦਾ ਉਹ ਬੋਲਣਾ, ਪਰ ਉਹਦੇ ਮਹਿਨੇ ਆਪਣੇ ਰੱਖਣੇ। ਗੁਰੂ ਗ੍ਰੰਥ ਸਾਹਿਬ ਗੁਰੂ ਪਾਤਸ਼ਾਹ ਦੇ ਮਹਿਨੇ ਆਪਣੇ ਨੇ। ਜਿਤਨਾ ਬਾਣੀ ਕ੍ਰੋਸ ਚੈੱਕ ਕਰਕੇ ਖੋਜ ਕੇ ਪੜਾਂਗੇ ਤਾਂ ਸਾਨੂੰ ਪਤਾ ਲੱਗੇਗਾ। ਇੱਕ ਪੰਕਤੀ ਮੈਂ ਬਾਰ-ਬਾਰ ਡਿਸਕਸ ਕਰਦਾ ਹੁੰਦਾ, ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਅੰਨੇ ਸੇ ਨਾ आँखें जिन मुख लोए नाए, उनको अंधा नहीं कहते जिनकी ये आंखें नहीं होती हैं। अच्छा, गुरु पातशाह ਅਸੀਂ ਤੇ ਉਹਨੂੰ ਅੰਨਾ ਸਮਝਦੇ ਸੀ। ऑप्थोमोलॉजिस्ट और ਅੱਖਾਂ ਦਾ ਡਾਕਟਰ ਤੇ ਉਹਨੂੰ ਅੰਨਾ ਕਹਿੰਦਾ, तुमको नजर नहीं आता, तुम अंधे हो गए, तुम ब्लाइंड हो गए हो। ਇੱਕ ਬੰਦਾ ਸੋਟੀ ਲੈ ਕੇ ਚੁਰਿਆ ਸੀ, ਉਹਨੂੰ ਕਹਿੰਦਾ ਇਹ ਅੰਧਾ ਹੈ। गुरु पातशाह कहते ना अन्ने से ना आँखें जिन मुख लोए नाए, अंधे से ही नानका खसमों कुत्थे जाए, ਜਿਹੜੇ ਸੱਚ ਤੋਂ ਦੂਰ ਚਲੇ ਜਾਂਦੇ ਨੇ, those who wander away from the truth, ਉਹ ਅੰਨੇ ਹੁੰਦੇ ਨੇ। ਗੁਰੂ ਪਾਤਸ਼ਾਹ ਜੀ ਦੀ ਬੋਲੀ ਮੁਤਾਬਕ ਜਿਨਕੇ ਚਿੱਤ ਕਠੋਰ ਹੈ ਉਹ ਕਿਹਨੂੰ ਕਹਿੰਦੇ ਨੇ? ਗੁਰੂ ਪਾਤਸ਼ਾਹ ਨੂੰ ਪੱਥਰ ਦਿਲ ਕਹਿੰਦੇ ਨੇ, ਜਿਨਕੇ ਚਿੱਤ ਕਠੋਰ ਹੈ। ਸੋ ਗੁਰੂ ਪਾਤਸ਼ਾਹ ਜੀ ਦੀ ਮਤ ਮੁਤਾਬਕ ਪੱਥਰ ਹੈ, ਜਿਹੜੇ ਅਸੀਂ ਪੱਥਰ ਦੇਖ ਰਹੇ ਇਹਨਾਂ ਨੂੰ ਨਹੀਂ ਕਹਿੰਦੇ ਨੇ। ਜੇ ਮੈਂ ਸਤਿਗੁਰ ਕੋਲ ਨਹੀਂ ਬੈਠਦਾ, ਮੇਰੇ ਮਨ ਦੀ ਉਸ ਅਵਸਥਾ ਨੂੰ ਪੱਥਰ ਕਹਿੰਦੇ ਨੇ। ਉਹਨੂੰ ਕਈ ਕੋਟ ਸੈਲ ਗਿਰ ਕਰਿਆ ਦੀ ਅਵਸਥਾ ਕਹਿੰਦੇ ਨੇ ਕਿ ਮੈਂ ਪੱਥਰ ਦੀ ਅਵਸਥਾ 'ਚ ਹੀ ਰਹਿੰਦਾ ਵਾਂ। ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਕਿਉਂ ਨਹੀਂ ਬਹਿੰਦੇ ਨੇ? ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਦਾਸ। ਕਹਿ ਨਾਨਕ ਇਹ ਨੇਤਰ ਅੰਧ ਸੇ
ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ, ਮੈਂ ਅੰਨਾ ਹਾਂ ਮੈਨੂੰ ਆਪਣੀ ਸੁਮਤ ਬਖਸ਼ੋ। ਵੈਸੇ ਤਾਂ ਇਹਨਾਂ ਅੱਖਾਂ ਨਾਲ ਮੈਂ ਸਾਰੀ ਦੁਨੀਆ ਦੇਖ ਰਿਹਾ, ਪਰ ਮੈਨੂੰ ਸਪਿਰਚੁਅਲ ਪਾਥ ਤੇ ਮੰਨੇ ਮੱਗ ਨਾ ਚੱਲੇ ਪੰਥ ਤੇ ਟੁਰਨ ਵਾਸਤੇ ਇੱਕ ਅੱਖਾਂ ਚਾਹੀਦੀਆਂ ਨੇ। ਮੈਨੂੰ ਉਹ ਵਾਲੀਆਂ ਅੱਖਾਂ ਦਿਓ, ਕਾਈਂਡਲੀ ਗ੍ਰਾਂਟ ਮੀ ਦੈਟ ਵਿਜ਼ਡਮ ਇਨਸਾਈਟ, ਮੈਨੂੰ ਉਹ ਵਾਲੀਆਂ ਅੱਖਾਂ ਦਿਓ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਾਧ ਸੰਗਤ ਜੀ, ਜਦੋਂ ਸਾਡੇ ਘਰਾਂ ਵਿੱਚ ਕਿਤੇ ਵੀ ਕੋਈ ਇਨਸਾਨ ਦੁਨਿਆਵੀ ਲੈਂਗੁਏਜ ਵਿੱਚ ਮਰ ਜਾਂਦਾ ਹੈ, ਅਸੀਂ ਉਹਨੂੰ ਸ਼ਮਸ਼ਾਨ ਘਾਟ ਲੈ ਜਾਂਦੇ ਹਾਂ ਜਾਂ ਉਹਨੂੰ ਗ੍ਰੇਵਯਾਰਡ ਹੀ ਦਬਾਉਂਦੇ ਹਾਂ। ਲੇਕਿਨ ਜੇ ਉਹੀ ਇਨਸਾਨ ਆ ਕੇ ਗੁਰਦੁਆਰੇ ਮੱਥਾ ਟੇਕ ਰਿਹਾ ਹੋਵੇ ਔਰ ਸਰੀਰਕ ਤੌਰ ਤੇ ਜੇਕਰ ਮਰ ਜਾਏ ਤਾਂ ਅਸੀਂ ਉਸਨੂੰ ਮ੍ਰਿਤਕ ਕਰਾਰ ਕਰਦੇ ਹਾਂ, ਔਰ ਫਿਰ ਅਲਟੀਮੇਟਲੀ ਅਸੀਂ ਉਸਦਾ ਸੰਸਕਾਰ ਕਰ ਹੀ ਦਿੰਦੇ ਹਾਂ ਨਾ। ਕਿਤਨਿਆਂ ਦੀ ਤੁਸੀਂ ਗੱਲ ਸੁਣੀ ਆ, ਫਲਾਣਾ ਜਾ ਰਿਹਾ ਸੀ ਗੁਰਦੁਆਰੇ, ਉਹਨੇ ਮੱਥਾ ਟੇਕਿਆ, ਮੱਥਾ ਟੇਕਣ ਸਾਰ ਅਸੀਂ ਕੀ ਕਹਿੰਦੇ ਆ, ਮਰ ਗਿਆ। ਇਹਦਾ ਮਤਲਬ ਗੁਰਦੁਆਰੇ ਆ ਕੇ ਵੀ ਉਹ ਜਿੰਦਾ ਨਹੀਂ ਹੋ ਸਕਿਆ। ਗੁਰੂ ਪਾਤਸ਼ਾਹ ਕਹਿੰਦੇ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ। ਕਿਹੜਾ ਮ੍ਰਿਤਕ? ਜਿਹੜਾ ਆਤਮਿਕ ਤੌਰ ਤੇ ਮਰਿਆ ਹੁੰਦਾ ਹੈ, ਜਿਹੜਾ ਆਤਮਿਕ ਤੌਰ ਤੇ ਜ਼ਮੀਰ ਕਰਕੇ ਨੀਚ ਕਰਮ ਕਰਦਾ ਹੈ, ਭੈੜੇ ਖਿਆਲਾਂ ਵਾਲਾ ਹੁੰਦਾ ਹੈ, ਉਸ ਨੂੰ ਗੁਰੂ ਪਾਤਸ਼ਾਹ ਮ੍ਰਿਤਕ ਕਹਿੰਦੇ ਨੇ। ਗੁਰੂ ਪਾਤਸ਼ਾਹ ਜੀ ਦੀ ਲੈਂਗੁਏਜ ਵਿੱਚ ਗੁਰੂ ਪਾਤਸ਼ਾਹ ਨੂੰ ਸਵਾਸ ਪਾਣ ਲੱਗੇ ਨੇ। ਕਿਹੜੇ ਵਾਲੇ? ਇਹ ਜਿਹੜੇ ਇਸ ਨੱਕ ਦੇ ਅੰਦਰੋਂ ਸਵਾਸ ਜਾਂਦਾ ਹੈ, ਨਾਲੇ ਹਾਰਟ ਚੱਲਦਾ ਹੈ, ਉਹ ਸਵਾਸਾਂ ਦੀ ਗੱਲ ਨਹੀਂ ਚੱਲ ਰਹੀ। ਗੁਰਬਾਣੀ ਪਵਨ ਰੂਪੀ ਗੁਰੂ ਸਵਾਸਾਂ ਦੀ ਗੱਲ ਕਰਦੀ ਹੈ, ਵਿਜ਼ਡਮ ਰੂਪੀ ਸਵਾਸ ਚਲਾਉਣ ਬਾਰੇ ਗੱਲ ਕਰਦੀ ਹੈ। ਸੋ ਮ੍ਰਿਤਕ ਕੋ, ਜਿਹੜਾ ਵੀ, ਅਸੀਂ ਸਾਰੇ ਦੇ ਸਾਰੇ ਮ੍ਰਿਤਕ ਹਾਂ। ਅਸੀਂ ਮ੍ਰਿਤਕ ਇੱਥੇ ਗੁਰੂ ਕੋਲ ਆਉਂਦੇ ਹਾਂ ਔਰ ਗੁਰੂ ਸਾਨੂੰ ਪਵਨ ਰੂਪੀ ਸਵਾਸ ਦਿੰਦਾ ਹੈ। ਉਹਨੂੰ ਕਹਿੰਦੇ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ ਵਿਛੜੇ ਤਾਰ ਮਿਲਾਇਆ। ਜੇ ਸਰੀਰਕ ਮ੍ਰਿਤਕ ਦੀ ਗੱਲ ਹੁੰਦੀ ਤਾਂ ਲੋਕੀ ਸ਼ਮਸ਼ਾਨ ਘਾਟ ਨਾ ਜਾਂਦੇ, ਇੱਥੇ ਅਰਥੀਆਂ ਦੀ ਲਾਈਨ ਲੱਗੀ ਰਹਿੰਦੀ। ਲੋਕੀ ਅਰਥੀਆਂ ਲੈ ਲੈ ਕੇ ਆਉਂਦੇ ਰਹਿੰਦੇ ਔਰ ਕਹਿੰਦੇ ਗੁਰੂ ਪਾਤਸ਼ਾਹ ਜੀ ਦੀ ਇਹਨਾਂ ਨੂੰ ਸਵਾਸ ਪਾਓ। ਮ੍ਰਿਤਕ ਕੌਣ ਹੈ? ਬਾਣੀ ਮੁਤਾਬਕ ਅਸੀਂ ਵਿਚਾਰ ਚੁੱਕੇ ਹਾਂ। ਸਵਾਸ ਕਿਹਨੂੰ ਕਹਿੰਦੇ ਨੇ? ਪਵਨ ਰੂਪੀ ਗੁਰੂ ਨੂੰ ਕਹਿੰਦੇ ਨੇ। ਔਰ ਮ੍ਰਿਤਕ ਤਾਂ ਵੀ ਹੁੰਦਾ ਨਾਮ ਬਿਨਾ ਜੀਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸ਼ਿੰਗਾਰ। ਜੇ ਮੈਂ ਸੱਚ ਨਾਲ ਨਹੀਂ ਜੁੜਿਆ ਹੋਇਆ ਤਾਂ ਮੈਂ ਮ੍ਰਿਤਕ ਹਾਂ, ਮਿਥਿਆ ਸ਼ਿੰਗਾਰ ਹੈ ਮੇਰਾ ਸਾਰਾ। ਗੁਰੂ ਪਾਤਸ਼ਾਹ ਕਹਿੰਦੇ ਨੇ ਮਿਟੇ ਕਮਾਣੇ ਪਾਪ ਸਿਰਾਣੇ, ਸਾਧ ਸੰਗਤ ਮੇਰੀ ਮੂੰਹਾ ਜੀਜ ਹੈ। ਸੱਚ ਦੀ ਸੰਗਤ ਵਿੱਚ ਮਿਲ ਕੇ ਮੋਇਆ ਹੋਇਆ ਜੀ ਪੈਂਦਾ। ਕਿਹੜਾ ਮੋਇਆ ਹੋਇਆ? ਆਤਮਿਕ ਤੌਰ ਤੇ ਮੋਇਆ ਹੋਇਆ, ਜਿਸ ਦੀ ਜ਼ਮੀਰ ਜਿਹੜਾ ਥਾਂ ਥਾਂ ਤੇ ਦੁਆਰੇ ਦੁਆਰ ਸਵਾਨ ਜੋ ਡੋਲਤ ਵਾਲੀ ਅਵਸਥਾ 'ਚ ਜੀਂਦਾ ਹੈ, ਜਿਹੜਾ ਨਿੱਕੀ ਨਿੱਕੀ ਗੱਲ ਤੇ ਭ੍ਰਸ਼ਟਾਚਾਰ ਕਰਕੇ ਗਿਰਨੀ ਵਿੱਚ ਫਸ ਜਾਂਦਾ ਹੈ। ਗੁਰੂ ਪਾਤਸ਼ਾਹ ਉਸ ਨੂੰ ਕਹਿੰਦੇ ਨੇ ਮੀਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਸੱਚ ਦੀ ਸੰਗਤ ਕਰਕੇ ਮੂਆ ਉਹ ਮੋਇਆ ਜੀ ਪੈਂਦਾ ਹੈ। ਗੁਰੂ ਪਾਤਸ਼ਾਹ ਨੂੰ ਸਦਾ ਵਾਸਤੇ ਜੀਵਾ ਦਿੰਦੇ ਨੇ। ਸਰੀਰਕ ਤੌਰ ਤੇ ਤਾਂ ਕੋਈ ਸਦਾ ਵਾਸਤੇ ਜੀ ਨਹੀਂ ਸਕਦਾ। ਅਸੀਂ ਸਰੀਰਕ ਤਲ ਤੇ ਦੇ ਨਿਯਮ ਨੂੰ ਜਾਣਦੇ ਹਾਂ, ਜੋ ਸੋ ਬਿਨਸ ਹੈ ਪਰਵਾਜ ਕੇ ਕਾਲ। ਸਰੀਰਕ ਤਲ ਤਾਂ ਨਹੀਂ, ਲੇਕਿਨ ਜਦੋਂ ਗੁਰੂ ਦੀ ਮੱਤ ਨੂੰ ਲੈ ਲੈਂਦਾ, ਉਹਨੂੰ ਕਹਿੰਦੇ ਨੇ ਏਕ ਬੂੰਦ ਗੁਰੂ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਹੁਆ। ਉਹ ਮਰਦਾ ਹੀ ਕਦੇ ਨਹੀਂ। ਕੌਣ? ਸਰੀਰਕ ਜਾਂ ਉਹਦੀ ਆਤਮਿਕ ਅਵਸਥਾ। ਉਹ ਪਲ ਪਲ ਆਤਮਿਕ ਮੌਤ ਮਰਦਾ ਹੀ ਨਹੀਂ ਹੈ। ਅਟਲ ਅਮਰ ਨਾ ਹੁਆ। ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਹੁਆ। ਅਸੀਂ ਜਿਨ੍ਹਾਂ ਦੇ ਹੱਥ ਪੈਰ ਡਿੰਗੇ ਟੇਢੇ ਹੋ ਜਾਣ ਜਾਂ ਹੈਂਡੀਕੈਪ ਹੋ ਜਾਣ, ਅਸੀਂ ਉਹਨੂੰ ਪਿੰਗਲੇ ਕਹਿੰਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਪਿੰਗਲ ਪਰਬਤ ਪਾਰ ਪਰੇ। ਪਰਬਤ ਕੀ ਹੁੰਦਾ ਹੈ? ਆ ਸਾਡੀ ਜ਼ਿੰਦਗੀ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ, ਮੁਸ਼ਕਲਾਂ ਨੂੰ ਕ੍ਰਾਸ ਕਰਨ ਦੀ ਮਨ ਦੀ ਤਾਕਤ ਨੂੰ, ਪਿੰਗਲਾ ਤੋਂ ਪਰਬਤ ਪਾਰ ਕਰਨ ਦੀ ਅਵਸਥਾ। ਪਿੰਗਲ ਪਰਬਤ ਪਾਰ ਪਰੇ। ਖਲ ਜਿਹੜਾ ਖੋਤੇ ਵਾਂਗੂ ਬੇਵਕੂਫ ਹੈ, ਚਤਰ ਵੀ ਕੀਤਾ ਉਹਨੂੰ ਸਿਆਣਾ ਕਰ ਦਿੰਦੇ ਨੇ। ਅੰਧਲੇ ਤ੍ਰਿਭਵਨ ਸੂਝਿਆ, ਉਹਨੂੰ ਆਪਣੇ ਅੰਦਰ ਦੀ ਸਾਰੀ ਸੂਝੀ ਹੋ ਜਾਂਦੀ ਹੈ। ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ। ਸੱਚ ਦੀ ਸੰਗਤ ਕਰੋ ਤਾਂ ਇਸ ਤਰੀਕੇ ਦੇ ਨਾਲ ਮਨ ਦੀਆਂ ਅਵਸਥਾਵਾਂ ਚੇਂਜ ਹੋ ਜਾਂਦੀਆਂ। ਹੁਣ ਸਤਿਗੁਰ ਪਾਤਸ਼ਾਹ ਨੂੰ ਪੁੱਛੀਏ, ਮੈਂ ਮਨੁੱਖ ਹਾਂ ਕਿ ਨਹੀਂ? ਗੁਰੂ ਪਾਤਸ਼ਾਹ, am I human? Am I human being? ਗੁਰੂ ਪਾਤਸ਼ਾਹ ਨੂੰ ਪੁੱਛਦੇ ਹਾਂ।
ਅਸੀਂ ਸਾਰੇ ਕਹੀ ਜਾਂਦੇ ਆ 84 ਲੱਖ ਜੂਨ ਕੱਟ ਕੇ ਮਨੁੱਖਾ ਦੇਈ ਮਿਲੀ ਹੈ। ਗੁਰੂ ਪਾਤਸ਼ਾਹ ਨੂੰ ਪੁੱਛੀਏ, ਗੁਰੂ ਪਾਤਸ਼ਾਹ ਨਹੀਂ ਮੰਨਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀ। ਜਿਹੜੇ ਸਤਿਗੁਰ ਨੂੰ ਸਮਝਦੇ ਨਹੀਂ ਨੇ, ਸਤਿਗੁਰ ਦੀ ਮੱਤ ਲੈਂਦੇ ਨਹੀਂ ਨੇ, ਸਤਿਗੁਰ ਦੀ ਮੱਤ ਦੀ ਵਿਚਾਰ ਨਹੀਂ ਕਰਦੇ ਨੇ, ਉਸ ਅਨੁਸਾਰ ਅਮਲੀ ਜੀਵਨ ਨਹੀਂ ਜੀਂਦੇ ਨੇ, ਗੁਰੂ ਪਾਤਸ਼ਾਹ ਉਸ ਨੂੰ ਹਿਊਮਨ ਬੀਇੰਗ ਮਨੁੱਖ ਮੰਨਦੇ ਹੀ ਨਹੀਂ ਨੇ, ਮਨੁੱਖਾ ਜੂਨ ਹੀ ਨਹੀਂ ਮੰਨਦੇ ਨੇ। ਕਦੋਂ ਇਹਨਾਂ ਗੱਲਾਂ ਦੀ ਵਿਚਾਰ ਹੋਏਗੀ? ਅਸੀਂ ਤੇ ਮੰਨੀ ਜਾ ਰਿਹਾ 84 ਲੱਖ जून है, सर्कल काट के आए हैं, फिर एक दिन मर जाएंगे, फिर 84 लाख जून के चक्कर में पड़ जाएंगे। बड़ी मुश्किल और मनुखा दे मिली है। गुरु पातशाह कहते हैं सतगुर पुरुष जी ना सेवा शब्द ना की तो विचार, वो मानस जून ना आखी है। उनको मनुखा मनुख मानते ही नहीं है, वो मानस जून ना आखी है। अच्छा, गुरु पातशाह उन्होंने की कहते हैं पशु ढोर गवार। सो जदों मैं नीच कर्म करता ना, मैं मरिया होया वा, मैं मृतक हाँ। उत्तम से दर उत्तम कहिए, नीच कर्म पैर हुए। मैं नीच कर्मा वाला हाँ, मृतक हाँ। मैं सतगुर दे कोल आया हाँ। सतगुर मनु नीचों ऊंच करे मेरा गोबिंद, मेरी अवस्था बदलेगा। खिन मैं नीच कीट को राज मनु देगा। कीड़ा मेरी कीड़ा अवस्था है जदों मैं सतगुर कोल आया। रोज पढ़िया ते सी असी राग गुजरी महला चौथा, हार के जन सतगुर सतपुरखा बिनो करो गुर पास। अगे की कहंदे ने? अगे कहंदे ने हम कीरे किरम। मैं इस वेले कीड़ियां वाली अवस्था चा, विष्टा के कीड़े वाला किरम जनता। काश इन सोचिए तो सही कि मैं पढ़ की रहा, गुरु पातशाह मेरी अवस्था की बयान कर रहे हैं। हम कीरे किरम सतगुर शरणाई, कर दिया नाम प्रकाश। हूँ जो मैं कीड़ा इत्थे आवांगा ना, मेरे कीड़े नूं कीड़ा थाप दे पातशाही मनु पातशाह बना देंगे। मेरी कीड़े तो उच्ची मनुखता दी अवस्था बना देंगे। इहदा मतलब गुरु साडी सुरत मत बुद्ध नूं ट्रांसफॉर्म करता है।